ਅੱਜ ਦੀ ਕਹਾਣੀ ਹੈ ਅੰਮ੍ਰਿਤਾ ਪ੍ਰੀਤਮ ਦੀ ਇੱਕ ਹੌਕਾ। ਕਰਮੋ ਨੇ ਗੜਵੇ 'ਚ ਲੱਸੀ ਪਵਾਈ ਤੇ ਫੇਰ ਅੱਧਿਓਂ ਬਹੁਤੇ ਖਾਲੀ ਗੜਵੇ ਨੂੰ ਵੇਂਦੀ ਹੋਈ ਆਖਣ ਲੱਗੀ, ਅੱਜ ਵੱਡੀ ਸਰਦਾਰਨੀ ਨਹੀਂ ਦਿਸੀ, ਕਿਤੇ ਸੁੱਖ ਨਾ ਰਾਜੀ ਤੇ ਹੈ। ਸਰਦਾਰਨੀ ਨਿਹਾਲ ਕੌਰ ਹੁਣੇ ਘੜੀ ਕੁ ਪਹਿਲਾਂ ਚੌਂਕੇ 'ਚ ਆਈ ਸੀ। ਚੁੱਲ੍ਹੇ ਉੱਤੇ ਰਿੱਝਦੀ ਖੀਰ ਹੇਠਾਂ ਅੱਗ ਦਾ ਭਾਂਬੜ ਵੇਖ ਕੇ ਉਸ ਲੱਕੜਾਂ ਪਿਛਾਂ ਖਿੱਚ ਦਿੱਤੀਆਂ। ਵੀਰੋ ਕੁੜੀਏ, ਖੀਰਾਂ ਕਦੇ ਏਡੀ ਅੱਗ ਨਾਲ ਥੋੜਾ ਰਿੱਝਦੀਆਂ ਨੇ, ਖੀਰ ਹੇਠਾਂ ਡਾਢੀ ਮੱਠੀ ਅੱਗ ਬਾਲੀ ਦੀਏ। ਉਸਨੇ ਆਖਿਆ ਸੀ ਤੇ ਫੇਰ ਚੁੱਲ੍ਹੇ ਦੇ ਕੋਲ ਲੱਕੜ ਦੀ ਪਟੜੀ ਡਾਹ ਕੇ ਉਹ ਪਟੜੀ ਉੱਤੇ ਬਹਿੰਦੀ ਖੀਰ ਦੇ ਪਤੀਲੇ 'ਚ ਕੜਛੀ ਫੇਰਨ ਲੱਗ ਪਈ। ਦਹੀਂ ਸਵੇਰ ਦੀ ਚਾਟੀ 'ਚ ਉਸਨੇ ਆਪ ਰਿੜਕਿਆ, ਪਰ ਲੱਸੀ ਪੁਣਦੀ ਨੇ ਵੀਰੋ ਨੂੰ ਆਖਿਆ ਸੀ ਕਿ ਉਹ ਹੁਣ ਘੜੀ ਕੁ ਆਰਾਮ ਕਰੇਗੀ। ਜਿਹੜਾ ਵੀ ਕਮੀ ਕਮੀਣ ਆਵੇ ਵੀਰੋ ਉਹਨੂੰ ਲੱਸੀ ਦੇ ਦੇਵੇ। ਸ਼ਾਇਦ ਹੋਰਨਾਂ ਕਮੀਆਂ ਨੇ ਵੀ ਲੱਸੀ ਲੈਣ ਲੱਗਿਆਂ ਇਹ ਗੱਲ ਪੁੱਛੀ ਹੋਵੇਗੀ, ਪਰ ਨਿਹਾਲ ਕੌਰ ਨੂੰ ਪਤਾ ਸੀ ਉਹ ਅੰਦਰਲੇ ਕਮਰੇ 'ਚ ਸੀ। ਪਰ ਇਸ ਵੇਲੇ ਜਦੋਂ ਉਹ ਚੌਂਕੇ 'ਚ ਬੈਠੀ ਹੋਈ ਸੀ ਤਾਂ ਦਹਲੀਜ਼ਾਂ ਤੋਂ ਬਾਹਰ ਬੈਠੀ ਹੋਈ ਕਰਮੋਂ ਦੀ ਆਵਾਜ਼ ਉਸਨੇ ਆਪ ਸੁਣੀ। ਰਾਜੀਆਂ ਕਰਮੋਂ, ਤੂੰ ਰਾਜੀ ਏਂ? ਨਿਹਾਲ ਕੌਰ ਨੇ ਅੰਦਰੋਂ ਆਵਾਜ਼ ਦਿੱਤੀ। ਕਰਮੋਂ ਨੇ ਛੇਤੀ ਨਾਲ ਦਹਲੀਜ਼ਾਂ ਦੇ ਕੋਲ ਆ ਕੇ ਅੰਦਰ ਵੱਲ ਝਾਕਿਆ ਤੇ ਆਪਣੇ ਇੱਕ ਹੱਥ ਨੂੰ ਮੱਥੇ ਨਾਲ ਛੁਹਾਉਂਦੀ ਆਖਣ ਲੱਗੀ, ਤੈਨੂੰ ਸੱਤੇ ਖੈਰਾਂ ਸਰਦਾਰਨੀਏ, ਅੱਜ ਤੈਨੂੰ ਡਿੱਠਾ ਹੀ ਨਹੀਂ ਸੀ। ਮੈਂ ਆਖਿਆ ਮੇਰੀ ਸਰਦਾਰਨੀ ਵੱਲ ਹੋਵੇ ਸਹੀ। ਕਮੀ ਕਮੀਣ ਸਾਰੇ ਨਿਹਾਲ ਕੌਰ ਦੀਆਂ ਬੁਲਾਈ ਲੈਂਦੇ ਰਹਿੰਦੇ ਸਨ। ਇਹ ਨਵੀਂ ਗੱਲ ਨਹੀਂ ਸੀ, ਪਰ ਤਾਂ ਵੀ ਨਿਹਾਲ ਕੌਰ ਨੂੰ ਜਾਪਿਆ ਕਿ ਕਰਮੋਂ ਨੇ ਲੱਸੀ ਲੈਂਦਿਆਂ ਹੀ ਜਿਹੜਾ ਉਹਨੂੰ ਯਾਦ ਕੀਤਾ ਸੀ ਜ਼ਰੂਰ ਕੋਈ ਹੋਰ ਗੱਲ ਹੋਣੀ ਆ। ਤਾਈਓ ਜੋ ਨਿਹਾਲ ਕੌਰ ਨੇ ਕਰਮੋਂ ਵੱਲ ਵੇਖਿਆ ਤਾਂ ਕਰਮੋਂ ਨੇ ਗੜਵੇ ਦਾ ਮੂੰਹ ਉਡਾ ਕੇ ਉਹਦੇ ਵੱਲ ਕੀਤਾ ਹੋਇਆ ਸੀ। ਨਿਹਾਲ ਕੌਰ ਸਮਝ ਗਈ ਕਿ ਵੀਰੋ ਵੱਲ ਵੇਖਦਿਆਂ ਉਹ ਕਹਿਣ ਲੱਗੀ, ਮਖੇ ਕਰਮੋਂ ਨੂੰ ਗੜਵਾ ਭਰ ਦਿਆ ਕਰ, ਇਹਦੇ ਨਿੱਕੇ ਨਿੱਕੇ ਜੀ ਆ ਲੱਸੀ ਪੀਣ ਵਾਲੇ। ਰੱਬ ਤੈਨੂੰ ਬਹੁਤਾ ਦੇ, ਤੇਰੇ ਹੱਥ ਇੰਨੇ ਸਬਰ ਕਰਤੇ ਨੇ ਕਿ ਅਣਜਾਣੇ 'ਚ ਦੋ ਦੋ ਵਾਰਾਂ ਲੱਸੀ ਚਾੜ ਜਾਂਦੇ ਆ। ਹੋਰ ਲੱਸੀ ਲੈਂਦੀ ਕਰਮੋਂ ਨੇ ਆਖਿਆ, ਤੇ ਭਾਵੇਂ ਇਸ ਵੇਲੇ ਉਹਨੂੰ ਲੱਸੀ ਦਿੰਦੇ ਹੱਥ ਵੀਰੋ ਦੇ ਸਨ, ਪਰ ਕਰਮੋਂ ਜੋ ਕੁਝ ਆਖਦੀ ਪਈ ਸੀ ਉਹ ਨਿਹਾਲ ਕੌਰ ਦੇ ਹੱਥਾਂ ਨੂੰ ਆਖਦੀ ਪਈ ਸੀ। ਕਰਮੋਂ ਚਲੀ ਗਈ ਤਾਂ ਨਿਹਾਲ ਕੌਰ ਉਹਦੀਆਂ ਸੀਸਾਂ ਭੁੱਲ ਗਈਆਂ। ਸਿਰਫ ਉਹਦਾ ਆਖਿਆ ਹੋਇਆ ਇੱਕੋ ਲਫ਼ਜ਼ ਚੇਤੇ ਰਹਿ ਗਿਆ, ਵੱਡੀ ਸਰਦਾਰਨੀ। ਨਿਹਾਲ ਕੌਰ ਇੱਕ ਦਿਨ 'ਚ ਸਰਦਾਰਨੀ ਤੋਂ ਵੱਡੀ ਸਰਦਾਰਨੀ ਬਣ ਗਈ ਸੀ। ਪਤਾ ਨਹੀਂ ਉਹਨੂੰ ਵੱਡੀ ਸਰਦਾਰਨੀ ਕਹਿਣ ਦਾ ਖਿਆਲ ਸਭ ਤੋਂ ਪਹਿਲਾਂ ਕਿਸ ਨੂੰ ਆਇਆ ਸੀ। ਸ਼ਾਇਦ ਸਾਰਿਆਂ ਨੂੰ ਇਕੱਠਿਆਂ ਹੀ ਆ ਗਿਆ ਹੋਣਾ। ਘਰ ਦੀ ਮਹਿਰੀ ਤੋਂ ਲੈ ਕੇ ਕਾਰਖਾਨੇ ਦੇ ਸਾਰੇ ਮੁਨਸ਼ੀ ਮਨੀਮ ਤੇ ਕਮੀ ਕਮੀਣ ਉਹਨੂੰ ਵੱਡੀ ਸਰਦਾਰਨੀ ਕਹਿਣ ਲੱਗ ਪਏ ਸਨ। ਇੱਥੋਂ ਤੱਕ ਕਿ ਘਰ ਦੇ ਮਾਲਕ ਸਰਦਾਰ ਨੇ ਵੀ ਕੱਲ੍ਹ ਉਹਨੂੰ ਵੱਡੀ ਸਰਦਾਰਨੀ ਆਖ ਕੇ ਬੁਲਾਇਆ ਸੀ। ਤੇ ਫਿਰ ਨਿਹਾਲ ਕੌਰ ਨੂੰ ਖਿਆਲ ਆਇਆ ਕਿ ਪਰਸੋਂ ਉਹਨੇ ਆਪ ਹੀ ਤਾਂ ਮੈਰੀ ਨੂੰ ਆਖਿਆ ਸੀ ਕਿ ਜਾਂ ਛੋਟੀ ਸਰਦਾਰਨੀ ਨੂੰ ਉਹਦੇ ਕਮਰੇ 'ਚੋਂ ਬੁਲਾ ਕੇ ਲਿਆ। ਸੋ ਜੇ ਕੋਈ ਵੱਡੀ ਸਰਦਾਰਨੀ ਹੋਵੇ ਤਾਂ ਵੱਡੀ ਸਰਦਾਰਨੀ ਆਪੇ ਹੀ ਬਣ ਜਾਣੀ ਸੀ। ਨਿਹਾਲ ਕੌਰ ਨੂੰ ਖਿਆਲ ਆਇਆ ਤੇ ਫਿਰ ਕਿੰਨੇ ਖਿਆਲ ਨਿੱਕੇ ਨਿੱਕੇ ਚੌਲਾਂ ਵਾਂਗ ਉਹਦੇ ਮਨ ਦੇ ਦੁੱਧ ਵਿੱਚ ਰਿੱਝਣ ਲੱਗ ਪਏ। ਰਿੱਝਦੇ ਖਿਆਲਾਂ 'ਚੋਂ ਇੱਕ ਖਿਆਲ ਇਹ ਵੀ ਸੀ ਕਿ ਵੀਰੋ ਜਦੋਂ ਦੀ ਇਸ ਘਰ 'ਚ ਛੋਟੀ ਸਰਦਾਰਨੀ ਬਣ ਕੇ ਆਈ ਸੀ, ਉਦੋਂ ਦੀ ਉਹ ਰਾਤ ਨੂੰ ਸੌਣ ਲੱਗਿਆਂ ਇੱਕ ਨੇਮ ਵਾਂਗ ਨਿਹਾਲ ਕੌਰ ਦੇ ਕਮਰੇ 'ਚ ਆਉਂਦੀ ਸੀ ਤੇ ਉਹਦੀ ਮੰਜੀ ਤੇ ਬਹਿ ਕੇ ਉਹਦੇ ਪੈਰ ਘੁੱਟਦੀ ਸੀ। ਨਿਹਾਲ ਕੌਰ ਨੇ ਨਾ ਧੀ ਦੀ ਡੋਲੀ ਤੋਰੀ ਸੀ ਤੇ ਨਾ ਪੁੱਤ ਦੀ ਡੋਲੀ ਲਿਆਂਦੀ ਸੀ, ਪਰ ਜਦੋਂ ਉਹਦੇ ਹੱਥੀਂ ਵਿਆਹੀ ਸੌਂਕਣ ਉਹਦੇ ਪੈਰ ਘੁੱਟਦੀ ਸੀ ਤਾਂ ਨਿਹਾਲ ਕੌਰ ਨੂੰ ਜਾਪਦਾ ਸੀ ਕਿ ਉਹਨੇ ਧੀ ਵੀ ਵੇਖ ਲਈ ਤੇ ਨੂੰਹ ਵੀ। ਨਿਹਾਲ ਕੌਰ ਨੇ ਇੱਕ ਡੂੰਘਾ ਸਾਹ ਭਰ ਕੇ ਬੜੇ ਹੱਸਦੇ ਹੋਠਾਂ ਨਾਲ ਆਪਣੇ ਆਪ ਨੂੰ ਮਨਾ ਲਿਆ ਸੀ ਕਿ ਵੀਰੋ ਦੀ ਧੀ ਵੀ ਸੀ ਤੇ ਨੂੰਹ ਵੀ। ਨਿਹਾਲ ਕੌਰ ਨੇ ਆਪਣੇ ਸਰਦਾਰ ਦੇ ਦੂਜੇ ਵਿਆਹ ਲਈ ਇਹ ਕੁੜੀ ਵੀਰੋ ਆਪ ਲੱਭੀ ਸੀ। ਸਾਕ ਚੰਗੇ ਘਰਾਂ ਤੋਂ ਮਿਲਦੇ ਸਨ, ਪਰ ਉਹ ਸਾਰੇ ਸਰਦਾਰ ਨੂੰ ਨਹੀਂ, ਸਰਦਾਰ ਦੀ ਹਵੇਲੀ ਨੂੰ ਮਿਲਦੇ ਸਨ। ਸਰਦਾਰ ਦੀ ਸਿਆਣੀ ਉਮਰ ਤੋਂ ਡਰਦੇ ਜਿਹੜੇ ਵੀ ਸਾਕ ਲੈ ਕੇ ਆਉਂਦੇ ਸਨ, ਉਹ ਸਾਕ ਕਰਨ ਤੋਂ ਪਹਿਲਾਂ ਹਵੇਲੀ ਨੂੰ ਆਪਣੀ ਧੀ ਦੇ ਨਾਂ ਕਰਵਾ ਲੈਣਾ ਚਾਹੁੰਦੇ ਸਨ। ਸਰਦਾਰ ਆਪਣੀ ਹਵੇਲੀ ਦਾ ਵਾਰਸ ਜ਼ਰੂਰ ਲੱਭਦਾ ਸੀ, ਪਰ ਹਵੇਲੀ ਨੂੰ ਉਸ ਔਰਤ ਦੇ ਨਾਂ ਨਹੀਂ ਸੀ ਕਰ ਸਕਦਾ ਜਿਹਦੀ ਕੁੱਖ ਨੇ ਵਾਰਸ ਤੇ ਪਤਾ ਨਹੀਂ ਕਦੋਂ ਜੰਮਣਾ ਸੀ। ਹਾਲ ਦੀ ਘੜੀ ਸਿਰਫ ਉਹਦੀ ਭਵਿੱਖਬਾਣੀ ਕਰਨੀ ਸੀ ਤੇ ਸਰਦਾਰ ਨੇ ਦੂਜਾ ਵਿਆਹ ਕਰਨ ਤੋਂ ਨਾ ਕਰ ਦਿੱਤੀ ਸੀ। ਪਰ ਇਸ ਨਾਂ ਵਿੱਚ ਇੱਕ ਹੌਕਾ ਰਲਿਆ ਹੋਇਆ ਸੀ। ਨਿਹਾਲ ਕੌਰ ਨੇ ਇਹ ਹੌਕਾ ਸੁਣਿਆ ਸੀ ਤੇ ਇੰਜ ਉਹਨੇ ਇੱਕ ਬੜੇ ਨਿਮਾਣੇ ਜਿਹੇ ਘਰ ਦੀ ਇਹ ਵੀਰੋ ਲੱਭ ਕੇ ਆਪਣੇ ਸਰਦਾਰ ਨੂੰ ਦੇ ਦਿੱਤੀ ਸੀ ਤੇ ਉਹਦੇ ਬਦਲੇ 'ਚ ਉਹਦਾ ਹੌਕਾ ਆਪ ਲੈ ਲਿਆ ਸੀ। ਇੱਕ ਦਿਨ ਸਰਦਾਰ ਨੇ ਕੰਧ 'ਚ ਲੱਗੀ ਹੋਈ ਆਪਣੀ ਲੋਹੇ ਦੀ ਅਲਮਾਰੀ ਖੋਲ੍ਹੀ ਤਾਂ ਕਿੰਨਾ ਚਿਰ ਖੁੱਲ੍ਹੀ ਅਲਮਾਰੀ ਦੇ ਅੱਗੇ ਖਲੋਤਾ ਉਹ ਸੋਚਦਾ ਰਿਹਾ
ਵੱਡੀ ਸਰਦਾਰਨੀ ਕਿੱਥੇ ਗਈ ਆ? ਸਰਦਾਰ ਨੇ ਵੀਰੂ ਨੂੰ ਕਾਹਲੀ 'ਚ ਪੁੱਛਿਆ। ਵੱਡੀ ਸਰਦਾਰਨੀ ਘਰ ਨਹੀਂ ਸੀ। ਸਰਦਾਰ ਨੇ ਅਲਮਾਰੀ ਬੰਦ ਕਰਕੇ ਚਾਬੀ ਬੋਝੇ 'ਚ ਪਾ ਲਈ ਤੇ ਕਾਰਖਾਨੇ ਵੱਲ ਜਾਂਦਾ ਵੀਰੂ ਨੂੰ ਆਖ ਗਿਆ ਕਿ ਨਿਹਾਲ ਕੌਰ ਜਿਸ ਵੇਲੇ ਵੀ ਘਰ ਆਵੇ ਉਹ ਹੇਠਾਂ ਮੁੰਸ਼ੀ ਨੂੰ ਆਵਾਜ਼ ਦੇ ਕੇ ਮੈਨੂੰ ਕਾਰਖਾਨੇ 'ਚ ਸੁਨੇਹਾ ਭੇਜ ਦਿਓ। ਨਿਹਾਲ ਕੌਰ ਜਿਸ ਵੇਲੇ ਆਈ, ਵੀਰੂ ਬਾਹਰਲੇ ਖੁਰੇ ਤੋਂ ਬੜੀ ਘਾਬਰੀ ਹੋਈ ਬੈਠੀ ਹੋਈ ਸੀ। ਉਹਨੂੰ ਹੁਣੇ ਇੱਕ ਉਲਟੀ ਆਈ ਸੀ। ਨਿਹਾਲ ਕੌਰ ਨੇ ਵੀਰੂ ਦੀ ਬਾਂਹ ਥੰਮੀ, ਉਹਦੇ ਮੋਢੇ ਘੁੱਟੇ ਤੇ ਉਹਨੂੰ ਮੰਜੀ ਤੇ ਲਟਾਇਆ। ਪਰ ਵੀਰੂ ਨੇ ਕੰਬਦੇ ਪੈਰ ਮੰਜੀ ਤੋਂ ਥੱਲੇ ਲਾਏ ਤੇ ਉੱਡ ਕੇ ਨਿਹਾਲ ਕੌਰ ਦੇ ਪੈਰ ਫੜ ਲਏ। ਸਰਦਾਰਨੀ, ਤੂੰ ਮੈਨੂੰ ਇੱਕ ਦਿਨ ਆਖਿਆ ਸੀ ਕਿ ਮੈਂ ਤੇਰੀ ਧੀ ਵੀ ਹਾਂ ਤੇ ਨੂੰਹ ਵੀ। ਅੱਜ ਮੈਨੂੰ ਭਾਵੇਂ ਆਪਣੀ ਧੀ ਸਮਝ ਕੇ ਬਚਾ ਲੈ, ਭਾਵੇਂ ਨੂੰਹ ਸਮਝ ਕੇ। ਵੀਰੂ ਵਿਲਕ ਕੇ ਉੱਠੀ ਤੇ ਵਿਲਕਦੀ ਵੀਰੂ ਨੇ ਨਿਹਾਲ ਕੌਰ ਨੂੰ ਦੱਸਿਆ ਕਿ ਪਿੱਛੇ ਜਦੋਂ ਉਹਦਾ ਭਰਾ ਉਹਨੂੰ ਮਿਲਣ ਆਇਆ ਸੀ ਤਾਂ ਉਹਦੇ ਭਰਾ ਨੂੰ ਪੈਸਿਆਂ ਦੀ ਡਾਢੀ ਲੋੜ ਸੀ। ਵੀਰੂ ਨੇ ਉਹਨੂੰ ਕੁਝ ਪੈਸੇ ਵੀ ਦਿੱਤੇ ਸਨ, ਪਰ ਪੈਸੇ ਉਹਦੇ ਕੋਲ ਬੜੇ ਥੋੜ੍ਹੇ ਸਨ। ਇਸ ਲਈ ਉਹਨੇ ਸਰਦਾਰ ਦੇ ਬੋਝੇ 'ਚੋਂ ਅਲਮਾਰੀ ਦੀ ਚਾਬੀ ਚੋਰੀ ਕਰਕੇ ਲੋਹੇ ਦੀ ਅਲਮਾਰੀ ਖੋਲ੍ਹੀ ਸੀ ਤੇ ਅਲਮਾਰੀ ਵਿੱਚੋਂ ਚਾਂਦੀ ਦੇ ਭਾਂਡੇ ਕੱਢ ਕੇ ਆਪਣੇ ਭਰਾ ਨੂੰ ਦੇ ਦਿੱਤੇ ਸਨ। ਇਹ ਤੇਰਾ ਆਪਣਾ ਘਰ ਆ ਵੀਰੂ, ਜੇ ਤੂੰ ਆਪਣੇ ਘਰ ਨੂੰ ਆਪਣੇ ਹੱਥੀਂ ਉਜਾੜੇਂਗੀ ਤਾਂ। ਗੱਲ ਅਜੇ ਨਿਹਾਲ ਕੌਰ ਦੇ ਮੂੰਹ ਵਿੱਚ ਹੀ ਸੀ। ਵੀਰੂ ਧਮਕ ਉੱਠੀ, ਇਹ ਘਰ ਨਾ ਮੈਨੂੰ ਕਦੇ ਆਪਣਾ ਲੱਗਾ ਹੈ ਤੇ ਨਾ ਲੱਗਣਾ ਹੈ। ਪਰ ਮੈਂ ਤੇਰੇ ਨਾਲ ਇਕਰਾਰ ਕਰਨੀ ਆ ਸਰਦਾਰਨੀਏ ਕਿ ਅੱਗੋਂ ਮੈਂ ਕਦੀ ਇਸ ਘਰ ਦੀ ਕੋਈ ਚੀਜ਼ ਕਿਸੇ ਨੂੰ ਨਹੀਂ ਦਿਆਂਗੀ। ਮੈਂ ਉਸ ਦਿਨ ਵੀ ਗਲਤੀ ਕੀਤੀ ਸੀ, ਐਵੇਂ ਕਰ ਬੈਠੀ, ਹੁਣ ਪਿੱਛੋਂ ਪਛਤਾ ਰਹੀ ਹਾਂ। ਤੈਨੂੰ ਪਤਾ ਹੀ ਆ, ਮੇਰਾ ਵਿਆਹ ਕਰਨ ਲੱਗਿਆ ਮੇਰੇ ਪਿਓ ਨੇ ਮੇਰੇ ਭਰਾ ਦੇ ਕਾਰੋਬਾਰ ਦਾ ਵਾਸਤਾ ਪਾ ਕੇ ਤੇਰੇ ਕੋਲੋਂ 2000 ਰੁਪਈਆ ਮੰਗਿਆ ਸੀ। ਤੂੰ 2000 ਰੁਪਈਆ ਦੇ ਦਿੱਤਾ। ਮੇਰੇ ਪਿਓ ਨੇ ਵਿਆਹ ਕਰ ਦਿੱਤਾ, ਮੈਨੂੰ ਵੇਚਣ 'ਚ ਕੀ ਕਸਰ ਰਹਿ ਗਈ? 2000 ਪਿੱਛੇ ਮੈਨੂੰ ਇਸ ਬੁੱਢੇ ਸਰਦਾਰ ਦੇ ਪੱਲੇ ਪਾ ਦਿੱਤਾ। ਮੇਰੇ ਪਿਓ ਤੇ ਭਰਾ ਕਾਹਦੇ ਸਕੇ ਨੇ ਮੇਰੇ? ਮੈਂ ਕਿਸੇ ਦਾ ਘਰ ਉਜਾੜ ਕੇ ਉਹਨਾਂ ਦਾ ਘਰ ਕਿਉਂ ਭਰਾਂ? ਵੀਰੂ, ਨਿਹਾਲ ਕੌਰ ਤਰਬਕ ਕੇ ਵੀਰੂ ਦੇ ਮੂੰਹ ਵੱਲ ਵੇਖਣ ਲੱਗ ਪਈ। ਨਿਹਾਲ ਕੌਰ ਨੇ ਵੀਰੂ ਦੀ ਲਾਜ ਰੱਖ ਲਈ। ਸਰਦਾਰ ਨੂੰ ਕਹਿ ਦਿੱਤਾ ਕਿ ਅਲਮਾਰੀ 'ਚ ਪਏ ਹੋਏ ਚਾਂਦੀ ਦੇ ਭਾਂਡੇ ਬੜੇ ਪੁਰਾਣੇ ਢੰਗ ਦੇ ਸਨ। ਉਹਨੇ ਉਹ ਭਾਂਡੇ ਕੱਢ ਕੇ ਕੋਈ ਚਾਂਦੀ ਆਪਣੇ ਕੋਲੋਂ ਪਾ ਕੇ ਸੁਨਿਆਰੇ ਨੂੰ ਨਵੇਂ ਭਾਂਡੇ ਘੜਨੇ ਦਿੱਤੇ ਨੇ। ਸਰਦਾਰ ਦਾ ਫਿਕਰ ਮੁੱਕਿਆ, ਪਰ ਨਿਹਾਲ ਕੌਰ ਜਦੋਂ ਵੀ ਵੀਰੂ ਦੇ ਮੂੰਹ ਵੱਲ ਵੇਖਦੀ ਉਹਦੇ ਮਨ ਵਿੱਚ ਇੱਕ ਫਿਕਰ ਛਿੜ ਜਾਂਦਾ। ਵੀਰੂ ਦੀਆਂ ਕਾਲੀਆਂ ਭੌਰਿਆਂ ਵਰਗੀਆਂ ਅੱਖਾਂ, ਰੰਗ ਜ਼ਰਾ ਕਸੌਲਾ, ਉਹਦੀਆਂ ਵੇਲਣਿਆਂ ਵਾਂਗ ਗੋਲ ਤੇ ਪੀੜੀਆਂ ਬਾਹਾਂ ਕਿ ਮਾਸ ਵਿੱਚ ਚੁੰਡੀ ਨਹੀਂ ਸੀ ਭਰੀ ਜਾਂਦੀ। ਨਿਹਾਲ ਕੌਰ ਨੂੰ ਜਾਪਣ ਲੱਗ ਪਿਆ ਕਿ ਸਰਦਾਰ ਕੋਲੋਂ ਜਿਹੜਾ ਹੌਕਾ ਉਹਨੇ ਲਿਆ ਸੀ ਉਹੀ ਹੌਕਾ ਉਹਦੇ ਕੋਲੋਂ ਵੀਰੂ ਨੇ ਲੈ ਲਿਆ ਸੀ। ਤੇ ਫਿਰ ਵੀਰੂ ਨੂੰ ਦਿਨ ਚੜ੍ਹ ਗਏ। ਹਵੇਲੀ ਬਹੁਤ ਵੱਡੀ ਸੀ, ਪਰ ਮੁਬਾਰਕਾਂ ਇੰਨੀਆਂ ਸਨ ਕਿ ਹਵੇਲੀ ਵਿੱਚ ਮਿਆਉਂਦੀਆਂ ਨਹੀਂ ਸਨ। ਸਰਦਾਰ ਦਾ ਪੈਰ ਭੁੰਜ ਤੇ ਨਹੀਂ ਸੀ ਲੱਗਦਾ ਤੇ ਨਿਹਾਲ ਕੌਰ ਵੀਰੂ ਨੂੰ ਪੈਰ ਭੁੰਜ ਤੇ ਨਹੀਂ ਸੀ ਲਾਉਣ ਦਿੰਦੀ। ਪਰ ਲੋਕ ਨਾ ਸਰਦਾਰ ਨੂੰ ਇੰਨੀਆਂ ਮੁਬਾਰਕਾਂ ਦਿੰਦੇ ਸਨ, ਨਾ ਵੀਰੂ ਨੂੰ, ਜਿੰਨੀਆਂ ਨਿਹਾਲ ਕੌਰ ਨੂੰ। ਮੈਂ ਜੰਮਦਾ ਝੋਲੀ ਪਵਾ ਲੈਣਾ, ਪਿੱਛੋਂ ਨਾ ਆਖੀ ਮੈਂ ਵੱਡੀ ਸਰਦਾਰਨੀ ਆ, ਤੂੰ ਛੋਟੀ ਸਰਦਾਰਨੀ ਆ। ਸੋ ਪਹਿਲਾ ਪੁੱਤ ਵੱਡੀ ਦਾ, ਪਿੱਛੋਂ ਹੋਰ ਜਿੰਨੇ ਜੰਮੇਗੀ ਸਾਰੇ ਤੇਰੇ। ਨਿਹਾਲ ਕੌਰ ਹੱਸ ਕੇ ਵੀਰੂ ਨੂੰ ਆਖਦੀ। ਨਿਹਾਲ ਕੌਰ ਨੂੰ ਆਪ ਨਹੀਂ ਸੀ ਪਤਾ ਲੱਗਦਾ ਕਿ ਉਹਦੇ ਮਨ 'ਚ ਕੋਈ ਗੁੱਝਾ ਛਿਪਾ ਮਲਾਲ ਕਿਉਂ ਨਹੀਂ ਸੀ। ਉਹਨੇ ਆਪਣੇ ਹੱਥੀਂ ਆਪਣਾ ਖਾਵੰਦ ਇੱਕ ਪਰਾਈ ਔਰਤ ਨੂੰ ਦੇ ਦਿੱਤਾ ਸੀ ਤੇ ਹੁਣ ਉਸਨੇ ਸਾਰੀ ਜ਼ਮੀਨ ਜਾਇਦਾਦ ਵੀ ਇੱਕ ਪਰਾਈ ਔਰਤ ਦੇ ਪੁੱਤ ਦੇ ਨਾਂ ਕਰ ਦੇਣੀ ਸੀ। ਟੂਣਿਆ ਹਾਰੀਏ, ਮੈਂ ਕਿਹੜੇ ਵੇਲੇ ਤੈਨੂੰ ਆਪਣੀ ਨੂੰਹ ਤੇ ਧੀ ਆਖਿਆ ਸੀ? ਮੈਂ ਸੱਚੀ ਮੁੱਚੀ ਇੱਕ ਸੱਸ ਮਾਂ ਵਾਂਗ ਖੁਸ਼ ਹਾਂ। ਮੈਨੂੰ ਕਦੀ ਇਹ ਚੇਤੇ ਨਹੀਂ ਰਹਿੰਦਾ ਕਿ ਤੂੰ ਮੇਰੀ। ਨਿਹਾਲ ਕੌਰ ਦੀ ਇਸ ਗੱਲ ਨੂੰ ਵੀਰੂ ਨੇ ਟੁੱਕ ਦਿੱਤਾ ਤੇ ਅੱਗੋਂ ਹੱਸ ਕੇ ਕਹਿੰਦੀ, ਸਰਦਾਰਨੀਏ, ਮੈਂ ਭਾਵੇਂ ਤੇਰੀ ਕੁਝ ਵੀ ਲੱਗਦੀ ਹਾਂ ਜਾਂ ਭਾਵੇਂ ਨਹੀਂ ਵੀ ਲੱਗਦੀ, ਪਰ ਇਹ ਮੈਨੂੰ ਪਤਾ ਹੈ ਕਿ ਮੈਂ ਤੇਰੀ ਸੌਂਕਣ ਨਹੀਂ ਲੱਗਦੀ। ਨਿਹਾਲ ਕੌਰ ਨੇ ਤਰਖਾਣ ਕੋਲੋਂ ਜਿਹੜਾ ਪੰਘੂੜਾ ਬਣਵਾਇਆ ਸੀ, ਉਸ ਪੰਘੂੜੇ ਨੂੰ ਚਾਂਦੀ ਦੀਆਂ ਘੰਟੀਆਂ ਬੰਨੀਆਂ। ਸੁੱਚੇ ਪੱਟ ਦੀ ਉਸ 'ਤੇ ਨਿੱਕੀ ਜਿਹੀ ਰਜਾਈ ਬਣਵਾਈ। ਸ਼ਹਿਰ ਦਾ ਇੱਕ ਅੰਗਰੇਜ਼ ਅਫਸਰ 1 ਮਹੀਨੇ ਛੁੱਟੀ ਵਲੈਤ ਚੱਲਿਆ ਸੀ। ਵਲੈਤੀ ਸਵੈਟਰ ਰੇਸ਼ਮ ਵਰਗੇ ਹੁੰਦੇ ਨੇ। ਨਿਹਾਲ ਕੌਰ ਨੇ ਆਖਿਆ ਸੀ ਕਿ ਉਸ ਅੰਗਰੇਜ਼ ਅਫਸਰ ਨੂੰ ਪੱਕੀ ਕੀਤੀ ਕਿ ਉਹ ਨਿੱਕੇ 2 ਸਵੈਟਰ ਉੱਥੋਂ ਖਰੀਦ ਕੇ ਜ਼ਰੂਰ ਲਿਆਵੇ। ਆਪਣੇ ਵੇਲੇ ਨਿਹਾਲ ਕੌਰ ਨੇ ਸਿਆਣੀਆਂ ਦਾਈਆਂ ਨੂੰ ਵੀ ਵਿਖਾਇਆ ਸੀ ਤੇ ਵੱਡੇ ਸ਼ਹਿਰ ਜਾ ਕੇ ਡਾਕਟਰਾਂ ਨੂੰ ਵੀ, ਪਰ ਆਪਣੇ ਵੇਲੇ ਕਦੀ ਉਸਨੇ ਕਿਸੇ ਦੇਵੀ ਦੇਵਤੇ ਦੀ ਮੰਨਤ ਨਹੀਂ ਸੀ ਮੰਨੀ। ਵੀਰੂ ਨੂੰ ਜਦੋਂ ਪੂਰੇ ਦਿਨ ਹੋ ਗਏ ਤਾਂ ਇੱਕ ਦਿਨ ਜ਼ਰਾ ਕੁ ਖੂਨ ਦਾ ਦਾਗ ਵੀ ਲੱਗ ਗਿਆ ਤਾਂ ਨਿਹਾਲ ਕੌਰ ਨੇ ਉਸ ਦਿਨ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਸੁੱਖਣਾ ਸੁੱਖੀ ਸੀ। ਇਹ ਨਾਜ਼ ਕਰਨ ਦਾ ਵੇਲਾ ਸੀ। ਵੀਰੂ ਚਾਹੁੰਦੀ ਤਾਂ ਦੂਰ ਦਸੌਰ ਦੀਆਂ ਫਰਮਾਇਸ਼ਾਂ ਵੀ ਪਾ ਸਕਦੀ ਸੀ।
ਸਰਦਾਰ ਹੁਣ ਉਹਦੇ ਮੂੰਹ ਵੱਲ ਵੇਖਦਾ, ਉਹਦੇ ਮੂੰਹ ਦਾ ਬੋਲ ਉਡੀਕਦਾ ਸੀ। ਪਰ ਨਿਹਾਲ ਕੌਰ ਨੂੰ ਪਤਾ ਸੀ ਕਿ ਵੀਰੋ ਨੂੰ ਸੰਗ ਅਜੇ ਵੀ ਇੰਨੀ ਸੀ ਕਿ ਉਹਨੇ ਨਿਗੂਣੀ ਅਚਾਰ ਦੀ ਫਾੜੀ ਵੀ ਮੰਗਣੀ ਹੁੰਦੀ ਤਾਂ 2 ਵਾਰੀ ਝੁੱਕ ਕੇ ਨਿਹਾਲ ਕੌਰ ਦੇ ਮੂੰਹ ਵੱਲ ਵੇਖਦੀ। ਇਸ ਲਈ ਨਿਹਾਲ ਕੌਰ ਆਪ ਹੀ ਵੀਰੋ ਦੇ ਮਨ ਦਾ ਖਿਆਲ ਰੱਖਦੀ। ਇਸ ਸਾਰੇ ਵੇਲੇ ਵਿੱਚ ਵੀਰੋ ਨੇ ਆਪਣੇ ਮੂੰਹ ਜੇ ਕੁਝ ਹੋਰ ਆਖਿਆ ਸੀ ਤਾਂ ਉਹ ਇੱਕ ਗੱਲ ਸੀ ਕਿ ਵਿਹੜੇ 'ਚ ਰੱਸੀ ਨਾਲ ਟੰਗੇ ਹੋਏ ਗੋਂਗਲੂਆਂ ਦੇ ਹਾਰ ਲਾ ਕੇ ਪਰਾਂ ਰੱਖ ਦਿਓ। ਇਹਨਾਂ ਨੂੰ ਵੇਖ ਕੇ ਮੇਰੇ ਜੀ ਨੂੰ ਕੁਝ ਹੁੰਦਾ ਹੈ। ਗੋਂਗਲੂਆਂ ਦੀਆਂ ਕਚਰੀਆਂ ਇਸ ਤਰ੍ਹਾਂ ਜਾਪਦੀਆਂ ਜਿਵੇਂ ਕਿਸੇ ਦਾ ਮਾਸ ਪਿਲ-ਪਿਲ ਕਰਦਾ ਹੋਵੇ। ਵੀਰੋ ਨੇ ਆਖਿਆ ਸੀ ਤੇ ਸੁੱਕੇ ਗੋਂਗਲੂਆਂ ਵੱਲ ਵੇਖਦੀ ਉਹ ਬਾਕਣ ਲੱਗ ਪਈ ਸੀ। ਫਿਰ ਵੀਰੋ ਦੇ ਮਨ 'ਚ ਪਤਾ ਨਹੀਂ ਕੀ ਆਇਆ। ਜਦੋਂ ਉਹਨੂੰ 9ਵਾਂ ਮਹੀਨਾ ਲੱਗ ਗਿਆ ਤਾਂ ਉਹਨੇ ਜਿੱਦ ਫੜ ਲਈ ਕਿ ਉਹ ਆਪਣੇ ਪੇਕੇ ਘਰ ਆਪਣਾ ਜਣੇਪਾ ਕੱਟੇਗੀ। ਸਰਦਾਰ ਉਹਦੀ ਜਿੱਦ ਨਹੀਂ ਸੀ ਮੰਨਦਾ। ਨਿਹਾਲ ਕੌਰ ਵੀ ਉਹਦੇ ਵਾਸਤੇ ਪਾਉਂਦੀ, ਪਰ ਵੀਰੋ ਨੇ ਇੱਕ ਹੱਠ ਫੜ ਲਿਆ ਸੀ ਕਿ ਉਹਦੇ ਪਿੰਡ 'ਚ ਇੱਕ ਬੁੱਢੀ ਦਾਈ ਬੜੀ ਸਿਆਣੀ ਹੈ, ਉਹਨੂੰ ਸਿਰਫ ਉਸੇ ਦਾਈ ਤੇ ਯਕੀਨ ਹੈ, ਹੋਰ ਕਿਸੇ ਤੇ ਉਹਨੂੰ ਕੋਈ ਇਤਬਾਰ ਨਹੀਂ। ਉਹ ਇੱਥੇ ਰਹੀ ਤਾਂ ਸ਼ਹਿਰੀ ਡਾਕਟਰੀਆਂ ਨੇ ਉਹਨੂੰ ਮਾਰ ਦੇਣਾ। ਇਹ ਡਰ ਬੜਾ ਮਾੜਾ ਹੁੰਦਾ। ਡਾਕਟਰਾਂ ਨੇ ਵੀ ਸਰਦਾਰ ਨੂੰ ਸਲਾਹ ਦਿੱਤੀ, ਪਰ ਸਰਦਾਰ ਦੇ ਮਨ ਵਿੱਚ ਕੁਝ ਹੋਰ ਡਰ ਸੀ। ਉਹ ਨਿਹਾਲ ਕੌਰ ਨੂੰ ਇੱਕ ਪਾਸੇ ਲਿਜਾ ਕੇ ਆਖਣ ਲੱਗਾ, ਮੈਨੂੰ ਡਰ ਆ ਜੇ ਇਹਨੂੰ ਉੱਥੇ ਕੁੜੀ ਹੋਈ ਤਾਂ ਇਹਦੇ ਮਾਪਿਆਂ ਨੇ ਕਿਸੇ ਮੁੰਡੇ ਨਾਲ ਉਹ ਕੁੜੀ ਵਟਾ ਦੇਣੀ ਆ। ਮੈਂ ਅੱਗੇ ਇਹੋ ਜਿਹੀਆਂ ਗੱਲਾਂ ਸੁਣੀਆਂ ਨੇ। ਉਹਨਾਂ ਨੂੰ ਲਾਲਚ ਹੁੰਦਾ ਵੀ ਮੁੰਡਾ ਹੋਊਗਾ ਤਾਂ ਵੱਡਾ ਹੋ ਕੇ ਜਾਇਦਾਦ ਦਾ ਵਾਰਸ ਬਣੂਗਾ। ਫਿਰ ਇਹਦਾ ਤੇ ਇਹੋ ਇਲਾਜ ਹੈ ਕਿ ਮੈਂ ਇਹਦੇ ਨਾਲ ਚਲੀ ਜਾਂਦੀ ਹਾਂ। ਮੇਰੇ ਕੋਲ ਹੁੰਦਿਆਂ ਤੇ ਨਹੀਂ ਕੁਝ ਕਰ ਲੈਣਗੇ। ਨਿਹਾਲ ਕੌਰ ਨੇ ਸੋਚ ਕੇ ਆਖਿਆ। ਸਰਦਾਰ ਮੰਨ ਗਿਆ। ਵੀਰੋ ਨੇ ਵੀ ਕੋਈ ਉਜਰ ਨਾ ਕੀਤਾ। ਨਿਹਾਲ ਕੌਰ ਨੇ ਘਰ ਦੀ ਮਹਿਰੀ ਨੂੰ ਵੀ ਸੇਵਾ ਕਰਨ ਲਈ ਨਾਲ ਭੇਜ ਦਿੱਤਾ ਤੇ ਵੀਰੋ ਨੂੰ ਲੈ ਕੇ ਵੀਰੋ ਦੇ ਪੇਕੇ ਚਲੀ ਗਈ ਨਿਹਾਲ ਕੌਰ। ਵੀਰੋ ਦਾ ਜਣੇਪਾ ਔਖਾ ਨਹੀਂ ਸੀ। ਉਹ ਪਰਜਵਾਨ ਸੀ, ਤੰਦਰੁਸਤ ਸੀ। ਉਹਦੀ ਮਾਂ ਤੇ ਭਰਜਾਈ ਵੀ ਉਹਨੂੰ ਮਜ਼ਾਕ ਕਰਦੀਆਂ ਰਹਿੰਦੀਆਂ, ਇਹ ਤੇ ਐਵੇਂ ਹੀ ਡਰਦੀ ਆ, ਪੁੱਤ ਜੰਮਣ ਦਾ ਕੀ ਹੁੰਦਾ। ਨਿਹਾਲ ਕੌਰ ਨੇ ਵੀਰੋ ਦੇ ਪੇਕਿਆਂ ਤੇ ਕਿਸੇ ਤਰ੍ਹਾਂ ਦਾ ਵੀ ਭਾਰ ਨਹੀਂ ਸੀ ਪੈਣ ਦਿੱਤਾ। ਖੁੱਲ੍ਹੇ ਹੱਥੀਂ ਖਰਚ ਕਰਦੀ ਸੀ। ਸਾਰੇ ਉਹਨੂੰ ਸਰਦਾਰਨੀ ਆਖਦੇ ਥੱਕਦੇ ਨਾ। ਨਿਹਾਲ ਕੌਰ ਹੱਸ ਕੇ ਆਖਦੀ, ਇੱਕ ਚੀਕ ਮਾਰੀ ਤਾਂ ਪੁੱਤ ਜੰਮ ਛੱਡਿਆ, ਪਰ ਜੇ ਧੀ ਜੰਮਣੀ ਹੋਵੇ ਤਾਂ। ਵੀਰੋ ਦੀ ਭਰਜਾਈ ਖਿੜਖਿੜ ਹੱਸਦੀ ਆਖਦੀ, 2 ਚੀਕਾਂ ਮਾਰੀਆਂ ਤੇ ਧੀ ਜੰਮ ਪਈ। ਧੀ ਦੀ ਵਾਰੀ 2 ਚੀਕਾਂ। ਨਿਹਾਲ ਕੌਰ ਹੱਸ ਕੇ ਪੁੱਛਦੀ, ਇੱਕ ਚੀਕ ਪੀੜ ਦੀ ਤੇ ਇੱਕ ਚੀਕ ਗਮ ਦੀ। ਵੀਰੋ ਦੀ ਭਰਜਾਈ ਆਖਦੀ, ਖੁਸ਼ੀਆਂ ਤੇ ਪੁੱਤਾਂ ਦੀਆਂ ਹੁੰਦੀਆਂ ਨੇ, ਧੀਆਂ ਦੀ ਕਾਹਦੀ ਖੁਸ਼ੀ। ਨਿਹਾਲ ਕੌਰ ਨੂੰ ਭਾਵੇਂ ਆਪਣੇ ਮਨ 'ਚ ਇੱਕ ਵਾਰੀ ਡਾਢੀ ਚੀਜ਼ ਪਈ, ਮੈਂ ਤਾਂ ਜ਼ਿੰਦਗੀ 'ਚ ਇੱਕ ਚੀਕ ਵੀ ਨਾ ਮਾਰ ਕੇ ਵੇਖੀ, ਪਰ ਉਹਨੇ ਆਪਣੇ ਹੱਸਦੇ ਹੋਠਾਂ ਨਾਲ ਆਪਣੀ ਉਸ ਚੀਜ਼ ਨੂੰ ਪੀ ਲਿਆ। ਤੇ ਫਿਰ ਜਿਸ ਰਾਤ ਵੀਰੋ ਨੂੰ ਪੀੜਾਂ ਛੜੀਆਂ, ਉਹਦੇ ਦੰਦਾਂ ਹੇਠ ਦਿੱਤੇ ਹੋਏ ਜਵਾਨ ਹੋਠਾਂ ਨੇ ਉਹਨਾਂ ਪੀੜਾਂ ਨੂੰ ਜਰ ਲਿਆ। ਦੂਜੇ ਕੰਨ ਆਵਾਜ਼ ਨਾ ਪਹੁੰਚੀ, ਸਿਰਫ ਇੱਕੋ ਵਾਰੀ ਉਹਦੀ ਇੱਕ ਚੀਕ ਸੁਣਾਈ ਦਿੱਤੀ। ਤੇ ਫਿਰ ਦਾਈ ਨੇ ਵੀਰੋ ਨੂੰ ਸਰਾਂਦੀ ਹੋਈ ਆਖਿਆ, ਸਰਦਾਰਨੀ ਮੁਬਾਰਕਾਂ ਹੋਣ, ਆ ਤੇਰੀ ਝੋਲੀ ਪੁੱਤ ਨਾਲ ਭਰ ਦਿਆਂ। ਨਿਹਾਲ ਕੌਰ ਨੇ ਮੁੰਡੇ ਨੂੰ ਵੀ ਆਪਣੀ ਝੋਲੀ 'ਚ ਪਾਇਆ, ਮੁਬਾਰਕਾਂ ਨੂੰ ਵੀ। ਪਰ ਸਵੇਰ ਸਾਰ ਜਿਸ ਵੇਲੇ ਉਹ ਸਰਦਾਰ ਨੂੰ ਤਾਰ ਦੇਣ ਲੱਗੀ ਤਾਂ ਵੀਰੋ ਨੇ ਨਿਹਾਲ ਕੌਰ ਨੂੰ ਆਪਣੇ ਕੋਲ ਬੁਲਾ ਕੇ ਆਪਣੇ ਦੋਵੇਂ ਹੱਥ ਉਹਦੇ ਪੈਰਾਂ ਤੇ ਰੱਖ ਦਿੱਤੇ। ਸਰਦਾਰਨੀ ਜੀ, ਮੈਂ ਜੱਗ ਜਹਾਨ ਅੱਗੇ ਝੂਠ ਬੋਲ ਸਕਦੀ ਹਾਂ, ਪਰ ਤੇਰੇ ਅੱਗੇ ਨਹੀਂ। ਇਹ ਮੁੰਡਾ ਤੇਰੇ ਸਰਦਾਰ ਦਾ ਨਹੀਂ। ਵੀਰੋ ਨਿਹਾਲ ਕੌਰ ਨੂੰ ਜਾਪਿਆ ਉਹਦੀ ਜੀਭ ਥਥਲਾਂਦੀ ਪਈ ਹੈ। ਮੈਂ ਸਰਦਾਰ ਦੀ ਦੇਣਦਾਰ ਨਹੀਂ, ਪਰ ਤੇਰੀ ਦੇਣਦਾਰ ਹਾਂ। ਇਹ ਮੁੰਡਾ ਜੇ ਨਿਹਰਾ ਸਰਦਾਰ ਦੇ ਵਿਹੜੇ 'ਚ ਖੇਡਣਾ ਹੁੰਦਾ, ਮੈਨੂੰ ਕੋਈ ਉਜਰ ਨਹੀਂ ਸੀ, ਪਰ ਮੈਂ ਤੇਰੀ ਝੋਲੀ ਨਹੀਂ ਪਾ ਸਕਦੀ। ਇਹ ਤੇਰੀ ਝੋਲੀ ਦੇ ਕਾਬਲ ਨਹੀਂ। ਕੀ ਪਈ ਆਖਣੀ ਹੈ ਵੀਰੋ? ਕੀਤਾ ਤਾਂ ਮੈਂ ਹਾਸੇ ਭਾਣੇ ਸੀ, ਪਰ ਹਾਸੇ ਦਾ ਭੜਾਸਾ ਹੋ ਗਿਆ। ਮੈਂ ਤੈਨੂੰ ਸੱਚੀ ਦੱਸਾਂ, ਮੈਨੂੰ ਆਪਣੇ ਲਈ ਕੋਈ ਪਛਤਾਵਾ ਨਹੀਂ। ਜੇ ਕੋਈ ਪਛਤਾਵਾ ਆ ਤਾਂ ਉਹ ਤੇਰੇ ਲਈ। ਵੀਰੋ, ਤੈਨੂੰ ਯਾਦ ਆ ਨਾ, ਇੱਕ ਫੇਰਾ ਮੈਂ ਤੇਰੇ ਪੇਕੇ ਪਾ ਕੇ ਆਈ ਸਾਂ ਪਿਛਲੇ ਵਰੇ। ਤੁਹਾਡਾ ਮੁਨਸ਼ੀ ਮੇਰੇ ਨਾਲ ਆਇਆ ਸੀ ਮੈਨੂੰ ਪੇਕਿਆਂ ਲਈ ਮਨਾਉਣ ਲਈ। ਇੱਥੇ ਸਾਰੇ ਪਿੰਡ 'ਚ ਇੱਕ ਗੱਲ ਫੈਲੀ ਹੋਈ ਸੀ, ਮੇਰੇ ਮਾਪਿਆਂ ਨੇ ਰੁਪਈਆ ਲੈ ਕੇ ਮੈਨੂੰ ਇੱਕ ਬੁੱਢੇ ਸਰਦਾਰ ਨਾਲ ਵਿਆਹ ਦਿੱਤਾ। ਸਰਦਾਰ ਕਦੇ ਇਸ ਪਿੰਡ ਆਇਆ ਨਹੀਂ ਸੀ। ਮੇਰਾ ਪਿਓ ਹੀ ਸੀ ਮੈਨੂੰ ਜੋ ਤੁਹਾਡੇ ਸ਼ਹਿਰ ਲੈ ਕੇ ਗਿਆ ਸੀ ਤੇ ਗੁਰਦੁਆਰੇ 'ਚ ਲਾਵਾਂ ਪੜ੍ਹਾ ਕੇ ਤੁਹਾਡੇ ਘਰ ਛੱਡ ਆਇਆ ਸੀ। ਮੈਂ ਜਦੋਂ ਪਿੰਡ ਆਈ, ਜਣੀ ਖਣੀ ਨੇ ਮੈਨੂੰ ਪੁੱਛਿਆ, ਸਰਦਾਰ ਕਿੰਨਾ ਕੁ ਬੁੱਢਾ? ਮੈਨੂੰ ਕੀ ਸੁੱਝੀ। ਮੈਂ ਇਹਨਾਂ ਨੂੰ ਗਲੋਂ ਲਾਉਣ ਨੂੰ ਆਖ ਦਿੱਤਾ, ਮੇਰਾ ਵਿਆਹ ਬੁੱਢੇ ਨਾਲ ਥੋੜ੍ਹੀ ਹੋਇਆ। ਤੁਹਾਡਾ ਮੁਨਸ਼ੀ ਬੜਾ ਜਵਾਨ ਸੀ, ਸੋਹਣਾ ਸੀ। ਮੈਂ ਉਹਨਾਂ ਨੂੰ ਵਿਖਾਇਆ ਕਿ ਆਇਆ ਮੇਰਾ ਘਰ ਵਾਲਾ। ਸਾਰੀਆਂ ਮੇਰੀ ਕਿਸਮਤ 'ਤੇ ਹੈਰਾਨ ਰਹਿ ਗਈਆਂ।
ਮੁੰਸ਼ੀ ਨੂੰ ਵੀ ਮੈਂ ਇਹ ਗੱਲ ਦੱਸ ਦਿੱਤੀ। ਉਹਨੇ ਵੀ ਮਚਲ ਮਾਰ ਛੱਡੀ, ਪਰ ਜਦੋਂ ਮੇਰੀਆਂ ਸਹੇਲੀਆਂ ਨੇ ਉਹਦੇ ਕੋਲੋਂ ਕਲੀਚੜੀਆਂ ਮੰਗੀਆਂ ਤਾਂ ਉਹਨੇ ਸੁਨਿਆਰੇ ਕੋਲੋਂ ਚਾਂਦੀ ਦੀਆਂ ਕਲੀਚੜੀਆਂ ਖਰੀਦ ਕੇ ਉਹਨਾਂ ਨੂੰ ਵੰਡ ਦਿੱਤੀਆਂ। 5-6 ਦਿਨ ਮੈਂ ਇੱਥੇ ਰਹੀ ਤੇ ਰੋਜ਼ ਹਾਸਾ ਠੱਠਾ ਕਰਦਿਆਂ ਮੈਨੂੰ ਸੱਚੀ ਜਾਪਣ ਲੱਗ ਪਿਆ ਕਿ ਮੇਰਾ ਵਿਆਹ ਤੇ ਇਹਦੇ ਨਾਲ ਹੀ ਹੋਇਆ। ਸਾਡਾ ਮੁੰਸ਼ੀ ਮਦਨ ਸਿੰਘ। ਮੈਂ ਹੁਣ ਪਰਤ ਕੇ ਸਰਦਾਰ ਦੇ ਘਰ ਨਹੀਂ ਜਾਣਾ, ਨਾ ਇਸ ਮੁੰਡੇ ਨੂੰ ਲਿਜਾਣਾ। ਮੈਂ ਇਸ ਲਈ ਜਿੱਦ ਬਣ ਕੇ ਇੱਥੇ ਆਈ ਸਾਂ, ਮੇਰੀ ਕੀਤੀ ਮੇਰੇ ਅੱਗੇ। ਮੈਂ ਹੋਰ ਤੇਰੇ ਕੋਲੋਂ ਕੁਝ ਨਹੀਂ ਮੰਗਦੀ ਸਰਦਾਰਨੀਏ, ਬਸ ਇੱਕੋ ਗੱਲ ਮੰਗਣੀ ਆ, ਸਰਦਾਰ ਨੂੰ ਉਸ ਮੁੰਸ਼ੀ ਦਾ ਨਾਂ ਨਾ ਦੱਸੀ, ਨਹੀਂ ਤਾਂ ਉਸ ਮੁੰਸ਼ੀ ਨੂੰ ਉਹਨੇ ਨੌਕਰੀ ਤੋਂ ਕੱਢ ਦੇਣਾ। ਪਰ ਮਦਨ ਸਿੰਘ ਦਾ ਤਾਂ ਵਿਆਹ ਹੋਇਆ ਵੀਰੋ, ਉਹਦੇ ਘਰ ਆਪ 2 ਬੱਚੇ ਨੇ। ਇਸੇ ਲਈ ਉਹ ਡਰਦਾ ਹੈ, ਜੇ ਸਰਦਾਰ ਨੂੰ ਪਤਾ ਲੱਗ ਗਿਆ ਤਾਂ ਉਹਦੀ ਨੌਕਰੀ ਜਾਂਦੀ ਰਹਿਣੀ ਹੈ। ਉਹਨੇ ਕਿਹੜਾ ਮੈਨੂੰ ਹੁਣ ਆਪਣੇ ਘਰ ਵਸਾਉਣਾ ਹੈ। ਮੈਂ ਉਹਦੀ ਨੌਕਰੀ ਕਿਉਂ ਛਡਾਵਾਂ? ਉਹ ਜਿੱਥੇ ਰਵੇ ਰਾਜੀ ਰਵੇ। ਨਿਹਾਲ ਕੌਰ ਨੇ ਘਬਰਾ ਕੇ ਅੱਖਾਂ ਮੀਟ ਲਈਆਂ ਤੇ ਫਿਰ ਜਿਸ ਵੇਲੇ ਉਹਨੇ ਅੱਖਾਂ ਖੋਲ੍ਹੀਆਂ, ਵੀਰੋ ਦੀ ਝੋਲੀ ਪਿਆ ਪਿਆ ਉਹਦਾ ਪੁੱਤ ਉਹਦੀ ਛਾਤੀ ਵਿੱਚੋਂ ਦੁੱਧ ਪੀਣ ਲੱਗ ਪਿਆ ਸੀ। ਨਿਹਾਲ ਕੌਰ ਨੂੰ ਜਾਪਿਆ ਸਰਦਾਰ ਦਾ ਜਿਹੜਾ ਹੌਕਾ ਉਸਨੇ ਆਪਣੇ ਜਿੰਮੇ ਲੈ ਲਿਆ ਸੀ ਤੇ ਵੀਰੋ ਨੇ ਉਹੀ ਹੌਕਾ ਉਹਦੇ ਕੋਲੋਂ ਆਪਣੀ ਛਾਤੀ 'ਚ ਪਾ ਲਿਆ ਸੀ। ਇਹ ਮੁੰਡਾ ਇਸ ਵੇਲੇ ਉਸੇ ਹੌਕੇ ਨੂੰ ਵੀਰੋ ਦੀ ਛਾਤੀ 'ਚੋਂ ਪੀਣ ਦੀ ਕੋਸ਼ਿਸ਼ ਕਰ ਰਿਹਾ ਸੀ।